ਸਤਿ ਸ਼੍ਰੀ ਅਕਾਲ ਦੋਸਤੋ। ਹਾਂਜੀ ਦੋਸਤੋ, ਅੱਜ ਦੀ ਕਹਾਣੀ ਸ਼ੁਰੂ ਕਰਨ ਲੱਗੇ ਹਾਂ। ਸਵੇਰੇ ਮੋਬਾਈਲ ਦੀ ਘੰਟੀ ਵੱਜਦਿਆਂ ਹੀ ਰਮਨ ਦੀ ਨੀਂਦ ਖੁੱਲ੍ਹ ਗਈ। ਐਨੀ ਸਵੇਰੇ ਕਿਸ ਦਾ ਫੋਨ ਹੋਵੇਗਾ, ਕਹਿੰਦੇ ਹੋਏ ਉਸਨੇ ਫੋਨ ਚੁੱਕਿਆ। ਉਸਦੇ ਭਰਾ ਦੀ ਆਵਾਜ਼ ਆਈ, ਰਮਨ, ਪਰਸੋਂ ਦੀ ਪਾਪਾ ਦੀ ਸਿਹਤ ਠੀਕ ਨਹੀਂ ਲੱਗ ਰਹੀ। ਕੱਲ੍ਹ ਸ਼ਾਮ ਤੋਂ ਤਾਂ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ। ਰੋਣ ਹੱਕੀ ਆਵਾਜ਼ ਵਿੱਚ ਉਸਨੇ ਕਿਹਾ। ਫੋਨ ਰੱਖ ਦਿੱਤਾ। ਗੁਰਦਿਆਲ ਸਿੰਘ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗੁਜ਼ਾਰਦੇ ਹੋਏ ਮੰਜੇ 'ਤੇ ਪਿਆ ਸੀ। ਅੰਤਿਮ ਸਮੇਂ ਵਿੱਚ ਉਸ ਦੀ ਪੂਰੀ ਜ਼ਿੰਦਗੀ ਜਿਵੇਂ ਉਸ ਦੀਆਂ ਅੱਖਾਂ ਅੱਗੇ ਘੁੰਮ ਰਹੀ ਸੀ। ਘਰ ਦੀ ਗਰੀਬੀ ਨੂੰ ਦੇਖਦੇ ਹੋਏ ਘੱਟ ਉਮਰ ਵਿੱਚ ਹੀ ਉਸਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਆਪਣੇ ਕਮਾਏ ਥੋੜ੍ਹੇ ਜਿਹੇ ਪੈਸੇ ਲਾ ਕੇ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ। ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਉਸ ਵਿੱਚ ਸਫਲਤਾ ਮਿਲਣ ਲੱਗੀ। ਫਿਰ ਹਰਦੀਪ ਕੌਰ ਨਾਲ ਉਸ ਦਾ ਵਿਆਹ ਹੋ ਗਿਆ। ਦੋਨਾਂ ਨੇ ਮਿਲ ਕੇ ਮਾਂ ਪਿਓ ਦੀ ਦੇਖਭਾਲ ਦੇ ਨਾਲ ਨਾਲ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਵੀ ਬਹੁਤ ਇਮਾਨਦਾਰੀ ਨਾਲ ਨਿਭਾਈਆਂ। ਪਹਿਲਾਂ ਉਸ ਦਾ ਪੁੱਤਰ ਸੁਰਿੰਦਰ ਪੈਦਾ ਹੋਇਆ। ਉਸ ਤੋਂ 3 ਸਾਲ ਬਾਅਦ ਉਸ ਦੀ ਬੇਟੀ ਰਮਨ ਦਾ ਜਨਮ ਹੋਇਆ। ਪਰ ਗੁਰਦਿਆਲ ਸਿੰਘ ਦਾ ਜ਼ਿਆਦਾ ਪਿਆਰ ਹਮੇਸ਼ਾ ਆਪਣੀ ਧੀ ਨਾਲ ਹੀ ਰਿਹਾ। ਪੁੱਤਰ ਤੋਂ ਪਹਿਲਾਂ ਉਹ ਹਮੇਸ਼ਾ ਆਪਣੀ ਧੀ ਨੂੰ ਹੀ ਰੱਖਦਾ। ਪੜ੍ਹਾਈ ਵਿੱਚ ਵੀ ਰਮਨ ਬਹੁਤ ਹੀ ਜ਼ਿਆਦਾ ਵਧੀਆ ਸੀ, ਜਦ ਕਿ ਸੁਰਿੰਦਰ ਹਮੇਸ਼ਾ ਹੀ ਸਧਾਰਨ ਨੰਬਰਾਂ ਦੇ ਨਾਲ ਪਾਸ ਹੁੰਦਾ ਸੀ। ਉਸ ਨੂੰ ਨਾਲਾਇਕ ਕਹਿ ਕੇ ਬੁਲਾਉਣਾ ਬਾਪ ਦੀ ਆਦਤ ਜਿਹੀ ਬਣ ਗਈ ਸੀ। ਵੱਡੀ ਹੋ ਕੇ ਰਮਨ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਆਪਣੇ ਪੈਰਾਂ ਸਿਰ ਖੜੀ ਹੋ ਗਈ, ਜਦ ਕਿ ਸੁਰਿੰਦਰ ਨੇ ਬਾਪ ਦਾ ਬਿਜ਼ਨਸ ਅੱਗੇ ਵਧਾਇਆ। ਮਾਂ ਬਾਪ ਨੇ ਧੀ ਨੂੰ ਸਹੁਰੇ ਘਰ ਵਿਦਾ ਕੀਤਾ। ਨੂੰਹ ਨੂੰ ਲੈ ਕੇ ਆਏ। ਅਜਿਹਾ ਲੱਗਿਆ ਜਿਵੇਂ ਗੰਗਾ ਨਹਾ ਲਏ ਹੋਣ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਤਕਰੀਬਨ 3 ਸਾਲ ਪਹਿਲਾਂ ਉਹਨਾਂ ਦੀ ਪਤਨੀ ਹਰਦੀਪ ਉਹਨਾਂ ਦਾ ਸਾਥ ਛੱਡ ਕੇ ਸਵਰਗ ਸਿਧਾਰ ਗਈ ਸੀ। ਸਾਰੀਆਂ ਪੁਰਾਣੀਆਂ ਯਾਦਾਂ ਉਸ ਦੀਆਂ ਅੱਖਾਂ ਸਾਹਮਣੇ ਕਿਸੇ ਫਿਲਮ ਦੀ ਤਰ੍ਹਾਂ ਘੁੰਮਦੀਆਂ ਜਾ ਰਹੀਆਂ ਸੀ। ਉਸ ਦੀਆਂ ਅੱਖਾਂ ਵਿੱਚ ਨਮੀ ਬਰਕਰਾਰ ਸੀ। ਗੁਰਦਿਆਲ ਸਿੰਘ ਦੀ ਹਾਲਤ ਖਰਾਬ ਹੋਣ ਦਾ ਪਤਾ ਲੱਗਣ 'ਤੇ ਉਸ ਦੇ ਕੁਝ ਕਰੀਬੀ ਰਿਸ਼ਤੇਦਾਰ ਵੀ ਹਾਲ ਚਾਲ ਪੁੱਛਣ ਲਈ ਆਏ। ਸਾਹਮਣੇ ਕੰਧ 'ਤੇ ਟੰਗੀ ਘੜੀ 'ਤੇ ਸ਼ਾਮ ਦੇ 5 ਵੱਜ ਰਹੇ ਸੀ। ਨੂੰਹ ਤੇ ਸਾਰੇ ਰਿਸ਼ਤੇਦਾਰ ਉਹਨਾਂ ਦੇ ਕੋਲ ਚਿੰਤਾ ਵਿੱਚ ਬੈਠੇ ਹੋਏ ਸਨ। ਪੂਰੇ ਘਰ ਵਿੱਚ ਇੱਕ ਇੰਨਾ ਸਰਨਾਟਾ ਛਾਇਆ ਹੋਇਆ ਸੀ ਕਿ ਇੱਕ ਪਾਣੀ ਦੀ ਬੂੰਦ ਵੀ ਡਿੱਗਦੀ ਤਾਂ ਉਸ ਦੀ ਵੀ ਆਵਾਜ਼ ਆਉਂਦੀ ਸੀ। ਚਾਰੇ ਪਾਸੇ ਫੈਲੀ ਹੋਈ ਖਾਮੋਸ਼ੀ ਤੋਂ ਰਿਸ਼ਤੇਦਾਰ ਅੱਕਣ ਲੱਗੇ ਸੀ। ਉਦੋਂ ਹੀ ਅਚਾਨਕ ਇੱਕ ਵੱਡੀ ਕਾਰ ਉਹਨਾਂ ਦੇ ਘਰ ਦੇ ਬਾਹਰ ਆ ਕੇ ਰੁਕੀ ਤੇ ਗੁਰਦਿਆਲ ਦੀ ਧੀ ਰਮਨ ਅਤੇ ਉਸ ਦਾ ਜਵਾਈ ਉਸ ਕਾਰ ਵਿੱਚੋਂ ਨਿਕਲ ਕੇ ਤੇਜ਼ੀ ਨਾਲ ਘਰ ਦੇ ਅੰਦਰ ਪਹੁੰਚੇ। ਨੂੰਹ ਪੁੱਤ, ਪੋਤਾ ਪੋਤੀ ਤੇ ਸਕੇ ਸੰਬੰਧੀ ਉਹਨਾਂ ਦੇ ਮੰਜੇ ਦੇ ਆਲੇ ਦੁਆਲੇ ਹੀ ਬੈਠੇ ਸੀ। ਰਮਨ ਤੇ ਉਸਦੇ ਪਤੀ ਦੇ ਆਉਣ ਨਾਲ ਕਮਰੇ ਵਿੱਚ ਅਚਾਨਕ ਚਹਿਲ ਪਹਿਲ ਸ਼ੁਰੂ ਹੋ ਗਈ। ਉਸ ਦਾ ਤਾਂ ਇੰਤਜ਼ਾਰ ਹੋ ਰਿਹਾ ਸੀ। ਧੀ ਨੂੰ ਦੇਖਦੇ ਹੀ ਗੁਰਦਿਆਲ ਸਿੰਘ ਦੀਆਂ ਅੱਖਾਂ ਵਿੱਚ ਇੱਕ ਚਮਕ ਜਿਹੀ ਆ ਗਈ। ਆਉਂਦਿਆਂ ਹੀ ਰਮਨ ਰੋਂਦੇ ਹੋਏ ਆਪਣੇ ਬਾਪ ਨਾਲ ਚਿੰਬੜ ਗਈ ਅਤੇ ਜਵਾਈ ਨੇ ਪੈਰੀ ਹੱਥ ਲਾ ਕੇ ਗੁਰਦਿਆਲ ਸਿੰਘ ਨੂੰ ਸਤਿ ਸ਼੍ਰੀ ਅਕਾਲ ਕੀਤੀ। ਇਸ ਸਮੇਂ ਵਕੀਲ ਸਾਹਿਬ ਕਮਰੇ ਦੇ ਅੰਦਰ ਆ ਗਏ। ਸਾਰੇ ਰਿਸ਼ਤੇਦਾਰਾਂ ਦੀ ਨਿਗਾਹ ਉਸ ਉੱਪਰ ਹੀ ਟਿਕੀ ਸੀ। ਵਕੀਲ ਸਾਹਿਬ ਨੇ ਵਸੀਅਤ ਪੜ੍ਹਨੀ ਸ਼ੁਰੂ ਕੀਤੀ। ਮੈਂ ਗੁਰਦਿਆਲ ਸਿੰਘ ਆਪਣਾ ਇਹ ਘਰ ਆਪਣੀ ਨੂੰਹ ਪੁੱਤ ਦੇ ਨਾਮ ਕਰਦਾ ਹਾਂ। ਆਪਣੀ ਦੁਕਾਨ ਅਤੇ ਕਾਰੋਬਾਰ ਵੀ ਕੇਵਲ ਮੇਰੇ ਪੁੱਤਰ ਦਾ ਹੀ ਉਸ ਉੱਤੇ ਹੱਕ ਹੋਵੇਗਾ। ਮੇਰੇ ਬੈਂਕ ਖਾਤੇ ਵਿੱਚ ਜਿੰਨੀ ਵੀ ਜਮ੍ਹਾਂ ਪੂੰਜੀ ਹੈ ਉਸ ਦਾ ਅੱਧਾ ਹਿੱਸਾ ਮੇਰੇ ਨੂੰਹ ਪੁੱਤ ਦਾ ਹੋਵੇਗਾ ਤੇ ਉਸ ਵਿੱਚੋਂ 1/4 ਹਿੱਸਾ ਮੇਰੇ ਪੋਤਾ ਪੋਤੀ ਦਾ ਹੋਵੇਗਾ ਤੇ 1/4 ਹਿੱਸਾ ਮੈਂ ਆਪਣੀ ਧੀ ਰਮਨ ਨੂੰ ਦਿੰਦਾ ਹਾਂ। ਵਸੀਅਤ ਦਾ ਇਹ ਬਟਵਾਰਾ ਸੁਣਦਿਆਂ ਹੀ ਜਿਵੇਂ ਆਸੇ-ਪਾਸੇ ਖੜ੍ਹੇ ਲੋਕਾਂ ਨੂੰ ਇੱਕ ਅਚੰਭਾ ਜਿਹਾ ਲੱਗ ਗਿਆ। ਗੁਰਦਿਆਲ ਸਿੰਘ ਵੈਸੇ ਇੱਕ ਆਧੁਨਿਕ ਵਿਚਾਰਾਂ ਵਾਲਾ ਵਿਅਕਤੀ ਸੀ, ਜੋ ਆਪਣੀ ਧੀ ਅਤੇ ਪੁੱਤਰ ਵਿੱਚ ਕੋਈ ਵੀ ਫਰਕ ਨਹੀਂ ਸਮਝਦਾ ਸੀ। ਉਹ ਤਾਂ ਧੀ ਨਾਲ ਜ਼ਿਆਦਾ ਪਿਆਰ ਕਰਦਾ ਸੀ, ਪਰ ਅੱਜ ਆਪਣੀ ਧੀ ਨੂੰ ਬਿਲਕੁਲ ਹੀ ਉਸਨੇ ਪਰਾਇਆ ਕਰ ਦਿੱਤਾ। ਰਮਨ ਤਾਂ ਹਜੇ ਸਦਮੇ ਵਿੱਚ ਸੀ। ਬੜੀ ਮੁਸ਼ਕਿਲ ਨਾਲ ਖੁਦ ਨੂੰ ਸੰਭਾਲਦੇ ਹੋਏ ਭਰੇ ਹੋਏ ਮਨ ਨਾਲ ਕਹਿਣ ਲੱਗੀ, ਪਾਪਾ, ਤੁਸੀਂ ਤਾਂ ਮੈਨੂੰ ਬਿਲਕੁਲ ਨਜ਼ਰ ਅੰਦਾਜ਼ ਹੀ ਕਰ ਦਿੱਤਾ। ਤੁਸੀਂ ਤਾਂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸੀ ਤੇ ਹਮੇਸ਼ਾ ਮੈਂ ਤੁਹਾਡੀ ਗੱਲ ਮੰਨੀ ਅਤੇ ਤੁਹਾਡੇ ਕਹਿਣੇ ਵਿੱਚ ਰਹੀ। ਪਾਪਾ, ਆਪਣੇ ਨਾਲਾਇਕ ਪੁੱਤ ਨੂੰ ਤੁਸੀਂ ਸਭ ਕੁਝ ਦੇ ਦਿੱਤਾ, ਮੇਰੇ ਬਾਰੇ ਵਿੱਚ ਕੁਝ ਨਹੀਂ ਸੋਚਿਆ। ਮੈਂ ਹਮੇਸ਼ਾ
ਇਸ ਸਮਾਜ ਵਿੱਚ ਤੁਹਾਡਾ ਸਿਰ ਉੱਚਾ ਕਰਦੀ ਰਹੀ ਤੇ ਤੁਸੀਂ ਮੈਨੂੰ ਪਰਾਇਆ ਕਰ ਦਿੱਤਾ। ਤੁਸੀਂ ਸ਼ਾਇਦ ਭੁੱਲ ਰਹੇ ਹੋ ਪਾਪਾ, ਸਾਡਾ ਕਾਨੂੰਨ ਪੁੱਤਰ ਅਤੇ ਧੀ ਨੂੰ ਮਾਂ-ਬਾਪ ਦੀ ਸੰਪਤੀ ਵਿੱਚ ਬਰਾਬਰ ਦਾ ਅਧਿਕਾਰ ਦਿੰਦਾ ਹੈ। ਇਸ ਹਿਸਾਬ ਨਾਲ ਮੇਰੇ ਨਾਲ ਅਨਿਆਏ ਹੋਇਆ। ਧੀ ਦੀ ਗੱਲ ਸੁਣਦਿਆਂ ਹੀ ਗੁਰਦਿਆਲ ਸਿੰਘ ਥੋੜ੍ਹਾ ਜਿਹਾ ਹੱਸਿਆ ਤੇ ਕੰਬਦੇ ਹੋਏ ਬੁੱਲ੍ਹਾਂ ਨਾਲ ਕਹਿਣ ਲੱਗਿਆ, ਬੇਟਾ ਰਮਨ, ਤੂੰ ਸਦਾ ਹੀ ਮੇਰੇ ਦਿਲ ਦੇ ਨੇੜੇ ਰਹੀ। ਮੈਂ ਤੈਨੂੰ ਤੇਰੇ ਭਰਾ ਤੋਂ ਵੀ ਜ਼ਿਆਦਾ ਪਿਆਰ ਕੀਤਾ। ਪਰ ਧੀਏ, ਮੈਂ ਜੋ ਫੈਸਲਾ ਕੀਤਾ ਹੈ ਸੋਚ ਸਮਝ ਕੇ ਕੀਤਾ। ਤੂੰ ਇੰਜੀਨੀਅਰਿੰਗ ਕਰਨਾ ਚਾਹੁੰਦੀ ਸੀ, ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦੀ ਸੀ, ਤਾਂ ਮੈਂ ਉਸ ਸਮੇਂ ਤੇਰਾ ਸਾਥ ਦਿੱਤਾ। ਜ਼ਿੰਦਗੀ ਦੇ ਹਰ ਮੋੜ 'ਤੇ ਇੱਕ ਬਾਪ ਦੀ ਜ਼ਿੰਮੇਵਾਰੀ ਨਿਭਾਈ। ਮੈਂ ਬਹੁਤ ਚੰਗੀ ਤਰ੍ਹਾਂ ਨਿਭਾਈ। ਤੇਰੀ ਪਸੰਦ ਦੇ ਮੁੰਡੇ ਨਾਲ ਤੇਰਾ ਵਿਆਹ ਕਰਵਾਇਆ, ਉਸ ਨੂੰ ਪੂਰੇ ਦਿਲੋਂ ਅਪਣਾਇਆ। ਆਪਣਾ ਹਰ ਫਰਜ਼ ਅਸੀਂ ਬਹੁਤ ਹੀ ਬਾਖੂਬੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ। ਤੇ ਰਹੀ ਗੱਲ ਕਾਨੂੰਨ ਦੀ, ਤਾਂ ਵਕਾਲਤ ਤਾਂ ਮੈਂ ਪੜ੍ਹੀ ਨਹੀਂ, ਪਰ ਇੰਨੀ ਜਾਣਕਾਰੀ ਜ਼ਰੂਰ ਹੈ ਕਿ ਜਿਹੜੇ ਅਧਿਕਾਰ ਦੀ ਤੂੰ ਗੱਲ ਕਰ ਰਹੀ ਹੈ ਉਹ ਅਧਿਕਾਰ ਪਿਛਲੀਆਂ ਪੀੜ੍ਹੀਆਂ ਤੋਂ ਚੱਲਦੇ ਆ ਰਹੇ ਨੇ। ਜੱਦੀ ਸੰਪੱਤੀ 'ਤੇ ਉਹ ਅਧਿਕਾਰ ਹੁੰਦਾ ਹੈ, ਇਹ ਗੱਲ ਤਾਂ ਤੈਨੂੰ ਵੀ ਪਤਾ ਹੈ। ਜਿਸ ਗਰੀਬੀ ਵਿੱਚ ਸਾਡੇ ਪੁਰਖਿਆਂ ਨੇ ਜੀਵਨ ਬਿਤਾਇਆ, ਉਹਨਾਂ ਦੇ ਕੋਲ ਤਾਂ ਕੋਈ ਦੌਲਤ ਹੈ ਹੀ ਨਹੀਂ ਸੀ। ਜਾਇਦਾਦ ਤਾਂ ਦੂਰ, ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਅੱਜ ਮੇਰੀ ਜਾਇਦਾਦ ਵੰਡਣ ਦਾ ਹੱਕ ਸਿਰਫ ਮੇਰਾ ਹੈ। ਮੈਂ ਆਪਣੀ ਸੰਪੱਤੀ ਦੀ ਵੰਡ ਆਪਣੇ ਹਿਸਾਬ ਨਾਲ ਕਰਾਂਗਾ। ਬੇਟਾ, ਜਦੋਂ ਤੱਕ ਤੇਰੀ ਮਾਂ ਜਿਉਂਦੀ ਸੀ, ਤੇਰੇ ਭਰਾ ਭਾਬੀ ਨੇ ਸਾਡੇ ਦੋਨਾਂ ਦੀ ਬਹੁਤ ਸੇਵਾ ਕੀਤੀ। 3 ਸਾਲ ਹੋ ਗਏ ਤੇਰੀ ਮਾਂ ਨੂੰ ਇਸ ਦੁਨੀਆ ਤੋਂ ਗਿਆ ਹੋਇਆ, ਪਰ ਤੇਰੇ ਭਰਾ ਭਾਬੀ ਨੇ ਕਦੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ, ਸਗੋਂ ਜ਼ਰੂਰਤ ਤੋਂ ਜ਼ਿਆਦਾ ਖਿਆਲ ਰੱਖਿਆ ਮੇਰਾ। 1 ਸਾਲ ਤੋਂ ਮੈਂ ਮੰਜੇ 'ਤੇ ਪਿਆ। ਤੇਰੀ ਭਾਬੀ ਨੇ ਵਧੀਆ ਖਾਣਾ ਬਣਾ ਕੇ ਖਵਾਉਣ ਤੋਂ ਲੈ ਕੇ ਮੇਰੇ ਗੰਦੇ ਕੱਪੜੇ ਧੋਣ ਤੱਕ ਸਾਰੇ ਕੰਮ ਭੱਜ ਕੇ ਕੀਤੇ। ਚਾਹੁੰਦੀ ਤਾਂ ਮੇਰੀ ਨੂੰ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਸਕਦੀ ਸੀ, ਪਰ ਸੰਪੱਤੀ ਤਾਂ ਮੇਰੇ ਮਰਨ ਤੋਂ ਬਾਅਦ ਵੀ ਉਹਨਾਂ ਨੂੰ ਮਿਲ ਜਾਂਦੀ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਬੇਟਾ, ਮੇਰਾ ਸੁਰਿੰਦਰ, ਜਿਸ ਨੂੰ ਅੱਜ ਤੱਕ ਮੈਂ ਨਾਲਾਇਕ ਕਹਿੰਦਾ ਆਇਆ, ਉਸ ਪੁੱਤ ਨੇ ਮੇਰੀ ਗੰਦਗੀ ਤੱਕ ਸਾਫ਼ ਕੀਤੀ। ਪੂਰੀ ਰਾਤ ਜਾਗ ਕੇ ਮੇਰੇ ਕੋਲ ਬੈਠ ਕੇ ਮੇਰੀਆਂ ਲੱਤਾਂ ਘੁੱਟਦਾ, ਰੋਟੀ ਦੀ ਇੱਕ ਬੁਰਕੀ ਮੈਨੂੰ ਆਪਣੇ ਹੱਥਾਂ ਨਾਲ ਖਵਾਉਂਦਾ। ਇਹ ਦੋਨੋਂ ਮੇਰੇ ਪੋਤਾ ਪੋਤੀ ਜੋ ਮੇਰਾ ਪੂਰਾ ਦਿਨ ਮੇਰੇ ਅੱਗੇ ਪਿੱਛੇ ਘੁੰਮਦੇ ਰਹਿੰਦੇ, ਮੇਰਾ ਜੀ ਲਵਾਈ ਰੱਖਦੇ, ਦਾਦੂ ਦਾਦੂ ਕਹਿੰਦੇ ਨਹੀਂ ਥੱਕਦੇ। ਇੰਨਾ ਪਿਆਰ ਕਰਨ ਵਾਲਾ ਪਰਿਵਾਰ ਸ਼ਾਇਦ ਕਿਸੇ ਨੂੰ ਹੀ ਮਿਲਦਾ ਹੋਵੇਗਾ। ਕਹਿੰਦੇ ਕਹਿੰਦੇ ਗੁਰਦਿਆਲ ਸਿੰਘ ਦੀਆਂ ਅੱਖਾਂ ਵਿੱਚੋਂ ਝਰਨਿਆਂ ਵਾਂਗ ਹੰਝੂ ਵਹਿਣ ਲੱਗੇ। ਉਹ ਫਿਰ ਕਹਿਣ ਲੱਗਾ, ਧੀਏ, ਅੰਤਿਮ ਸਮੇਂ ਵਿੱਚ ਤੇਰੀ ਮਾਂ ਤੈਨੂੰ ਬਹੁਤ ਯਾਦ ਕਰਦੀ ਰਹੀ, ਤੈਨੂੰ ਮਿਲਣ ਲਈ ਤੜਫਦੀ ਰਹੀ। ਜੇਕਰ ਕੁਝ ਦਿਨ ਉਸ ਕੋਲ ਰਹਿ ਕੇ ਉਸ ਦੀ ਸੇਵਾ ਨਹੀਂ ਕਰ ਸਕਦੀ ਸੀ ਤਾਂ ਘੱਟੋ ਘੱਟ 1-2 ਘੰਟਿਆਂ ਲਈ ਉਸ ਨੂੰ ਮਿਲਣ ਲਈ ਤਾਂ ਆ ਸਕਦੀ ਸੀ, ਪਰ ਤੇਰੇ ਕੋਲੋਂ ਇਹ ਨਹੀਂ ਸਰਿਆ। ਮੰਨਿਆ ਕਿ ਵਿਆਹ ਤੋਂ ਬਾਅਦ ਸਹੁਰਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਜ਼ਰੂਰੀ ਹੁੰਦੀਆਂ, ਪਰ ਕਈ ਵਾਰ ਅਜਿਹੇ ਮੌਕੇ ਵੀ ਆਏ ਜਿੱਥੇ ਸਾਨੂੰ ਤੇਰੀ ਬਹੁਤ ਲੋੜ ਸੀ। ਤੇਰੀ ਭਾਬੀ ਇਕੱਲੀ ਰਹਿ ਜਾਂਦੀ। ਕਈ ਵਾਰ ਤੈਨੂੰ ਬੁਲਾਇਆ ਪਰ ਤੂੰ ਬੁਲਾਉਣ 'ਤੇ ਨਹੀਂ ਆਈ। ਆਪਣੀ ਮਰਦੀ ਹੋਈ ਮਾਂ ਨੂੰ ਮਿਲਣ ਤੱਕ ਤੂੰ ਨਹੀਂ ਆਈ। ਤੈਨੂੰ ਵਿਦੇਸ਼ਾਂ ਵਿੱਚ ਘੁੰਮਣਾ ਉਸ ਟਾਈਮ ਚੰਗਾ ਲੱਗ ਰਿਹਾ ਸੀ। ਕਹਿੰਦੇ ਕਹਿੰਦੇ ਗੁਰਦਿਆਲ ਸਿੰਘ ਦਾ ਸਾਹ ਉਖੜਨ ਲੱਗਾ। ਫਿਰ ਬਹੁਤ ਹੀ ਮੁਸ਼ਕਿਲ ਨਾਲ ਸਿਰਫ ਇੰਨਾ ਹੀ ਕਹਿ ਸਕਿਆ, ਮੇਰੀ ਸਿਰਫ ਇਹੀ ਅਰਦਾਸ ਹੈ ਕਿ ਮੇਰੇ ਬੱਚੇ ਹਮੇਸ਼ਾ ਸੁਖੀ ਰਹਿਣ। ਇੰਨਾ ਕਹਿੰਦੇ ਹੀ ਉਸਨੇ ਦੋਨੋਂ ਹੱਥ ਜੋੜ ਕੇ ਉੱਥੇ ਆਏ ਸਭ ਰਿਸ਼ਤੇਦਾਰਾਂ ਵੱਲ ਦੇਖਦੇ ਹੋਏ ਫਤਿਹ ਬੁਲਾਈ। ਹਮੇਸ਼ਾ ਦੇ ਲਈ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ, ਪਰ ਜਾਂਦੇ ਜਾਂਦੇ ਦੁਨੀਆ ਵਾਲਿਆਂ ਦੇ ਸਾਹਮਣੇ ਇੱਕ ਉਦਾਹਰਨ ਪੇਸ਼ ਕਰ ਦਿੱਤੀ। ਇਹ ਸੁਨੇਹਾ ਦੇ ਦਿੱਤਾ ਕਿ ਅਧਿਕਾਰ ਜਤਾਉਣ ਤੋਂ ਪਹਿਲਾਂ ਆਪਣਾ ਫਰਜ਼ ਨਿਭਾਉਣਾ ਜ਼ਰੂਰੀ ਹੁੰਦਾ। ਹਾਂਜੀ ਦੋਸਤੋ, ਮੈਂ ਆਸ ਕਰਾਂਗੀ ਅੱਜ ਦੀ ਇਹ ਮੇਰੀ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਇਸ ਤੋਂ ਇੱਕ ਚੰਗੀ ਸਿੱਖਿਆ ਤੁਹਾਨੂੰ ਪ੍ਰਾਪਤ ਹੋਵੇਗੀ। ਅਤੇ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ।